गुड मॉर्निंग एवरीवन। अज असी कर रहे हैं एम्स ऑफ एजुकेशन रिकमेंडेड बाय इंडियन एजुकेशन कमीशन और कोठारी कमीशन 1964 एंड 1966। सब तो पहला असी देखते हैं कि इंडियन एजुकेशन कमीशन है कि इंडियन एजुकेशन कमीशन गौरमेंट ऑफ इंडिया वालों 1964 ਦੇ ਵਿੱਚ ਸਥਾਪਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾਕਟਰ DS ਕੋਠਾਰੀ ਵੱਲੋਂ ਕੀਤੀ ਗਈ। ਇਸ ਕਮਿਸ਼ਨ ਨੇ 1964 ਦੇ ਵਿੱਚ ਆਪਣੀ ਜਿਹੜੀ ਐਜੂਕੇਸ਼ਨ ਬਾਰੇ ਪਾਲਿਸੀ ਬਣਾਉਣੀ ਸ਼ੁਰੂ ਕੀਤੀ ਤੇ 1966 ਵਿੱਚ ਇਸ ਨੇ ਰਿਪੋਰਟ ਆ ਜਿਹੜੀ ਉਹ ਗੌਰਮੈਂਟ ਨੂੰ ਸੌਂਪ ਦਿੱਤੀ। ਇਸ ਕਮਿਸ਼ਨ ਦੇ ਅੰਡਰ 16 ਮੈਂਬਰ ਸੀਗੇ, ਜਿਨ੍ਹਾਂ ਦੇ ਵਿੱਚੋਂ 11 ਮੈਂਬਰ ਇੰਡੀਅਨ ਸੀਗੇ ਤੇ 5 ਸੀਗੇ ਜਿਹੜੇ ਫੋਰਨਰ ਸੀਗੇ। ਜਿਹੜਾ ਇੰਡੀਅਨ ਐਜੂਕੇਸ਼ਨ ਕਮਿਸ਼ਨ ਆ ਇਹ ਬੈਸਟ ਕਮਿਸ਼ਨ ਮੰਨਿਆ ਜਾਂਦਾ ਹੈ ਐਜੂਕੇਸ਼ਨ ਦੇ ਵਿੱਚ ਸੁਧਾਰ ਲੈ ਕੇ ਆਉਣ ਲਈ। ਤਾਂ ਇਸ ਕਮਿਸ਼ਨ ਦੀਆਂ ਕੀ ਰਿਕਮੈਂਡੇਸ਼ਨ ਸੀਗੀਆਂ ਏਮਸ ਆਫ ਐਜੂਕੇਸ਼ਨ ਬਾਰੇ, ਇਸ ਕਮਿਸ਼ਨ ਨੇ ਕੀ ਕਿਹਾ, ਅਸੀਂ ਵਿਸਥਾਰ ਨਾਲ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਇਹਨੇ 4 ਤਰ੍ਹਾਂ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਕੀਤੀਆਂ। ਨੰਬਰ 1 ਤੇ ਐਜੂਕੇਸ਼ਨ ਫਾਰ ਇਨਕਰੀਜ਼ਿੰਗ ਪ੍ਰੋਡਕਟੀਵਿਟੀ, ਸਿੱਖਿਆ ਹੈ ਜਿਹੜੀ ਉਹ ਪ੍ਰੋਡਕਟੀਵਿਟੀ ਵਧਾਉਣ ਵਾਲੀ ਹੋਣੀ ਚਾਹੀਦੀ ਹੈ। ਨੰਬਰ 2 ਤੇ ਇਹਨਾਂ ਨੇ ਕਿਹਾ ਸੋਸ਼ਲ ਐਂਡ ਨੈਸ਼ਨਲ ਇੰਟੀਗ੍ਰੇਸ਼ਨ, ਸਿੱਖਿਆ ਹੈ ਜਿਹੜੀ ਉਹ ਸੋਸ਼ਲ ਅਤੇ ਨੈਸ਼ਨਲ ਜਿਹੜੀ ਆ ਉਹ ਏਕਤਾ ਲੈ ਕੇ ਆਉਣ ਵਾਲੀ ਹੋਣੀ ਚਾਹੀਦੀ ਹੈ। ਨੰਬਰ 3 ਤੇ ਇਹਨਾਂ ਨੇ ਕਿਹਾ ਹੈ ਐਜੂਕੇਸ਼ਨ ਫਾਰ ਅਸਲਰੇਟਿੰਗ ਦਾ ਪ੍ਰੋਸੈਸ ਆਫ ਮਾਡਰਨਾਈਜੇਸ਼ਨ, ਸਿੱਖਿਆ ਹੈ ਜਿਹੜੀ ਉਹ ਆਧੁਨਿਕੀਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਾਲੀ ਹੋਣੀ ਚਾਹੀਦੀ ਹੈ। ਫਿਰ ਇਹਨਾਂ ਨੇ ਲਾਸਟ ਤੇ ਕਿਹਾ ਐਜੂਕੇਸ਼ਨ ਫਾਰ ਦਾ ਇਨਕਲਕੇਸ਼ਨ ਆਫ ਮੋਰਲ ਨੈਸ਼ਨਲ ਵੈਲਿਊਜ਼, ਤਾਂ ਐਜੂਕੇਸ਼ਨ ਹੈ ਜਿਹੜੀ ਉਹ ਵੈਲਿਊਜ਼ ਨੂੰ ਪ੍ਰਮੋਟ ਕਰਨ ਵਾਲੀ ਹੋਣੀ ਚਾਹੀਦੀ ਹੈ। ਅਸੀਂ ਹੁਣ ਇੱਕ ਪੁਆਇੰਟ ਨੂੰ ਅੱਗੇ ਵਿਸਥਾਰ ਨਾਲ ਦੇਖਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਐਜੂਕੇਸ਼ਨ ਫਾਰ ਇਨਕਰੀਜ਼ਿੰਗ ਪ੍ਰੋਡਕਟੀਵਿਟੀ, ਸਿੱਖਿਆ ਜਿਹੜੀ ਉਹ ਪ੍ਰੋਡਕਟੀਵਿਟੀ ਵਧਾਉਣ ਵਾਲੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਕਮਿਸ਼ਨ ਹੈ ਜਿਹੜਾ ਆਜ਼ਾਦੀ ਤੋਂ ਬਾਅਦ ਦਾ ਕਮਿਸ਼ਨ ਆ। ਤਾਂ ਇਹਦੇ ਵਿੱਚ ਸਿੱਖਿਆ ਨੂੰ ਇਸ ਢੰਗ ਨਾਲ ਦੇਖਿਆ ਗਿਆ ਕਿ ਸਿੱਖਿਆ ਜਿਹੜੀ ਉਹ ਨੈਸ਼ਨਲ ਇਨਕਮ ਵਿੱਚ ਵਾਧਾ ਕਰਨ ਦਾ ਸਾਧਨ ਬਣ ਸਕਦੀ ਹੈ। ਤਾਂ ਇਸ ਰਿਪੋਰਟ ਦੇ ਅਧੀਨ ਜਿਹੜੇ ਏਮਸ ਆਫ ਐਜੂਕੇਸ਼ਨ ਨੇ ਉਹਨਾਂ ਦੇ ਵਿੱਚ ਪ੍ਰੋਡਕਟੀਵਿਟੀ ਦੇ ਅੰਡਰ ਆਊਗਾ ਪਹਿਲਾ ਸਾਇੰਸ ਐਜੂਕੇਸ਼ਨ ਐਜ਼ ਐਨ ਇੰਟੈਗਰਲ ਪਾਰਟ ਆਫ ਐਜੂਕੇਸ਼ਨ, ਜਿਹੜੀ ਸਾਇੰਸ ਦੀ ਸਿੱਖਿਆ ਏ ਉਹ ਐਜੂਕੇਸ਼ਨ ਦੇ ਵਿੱਚ ਇੰਟੈਗਰਲ ਪਾਰਟ ਹੋਣੀ ਚਾਹੀਦੀ ਆ, ਅਨਿੱਖੜਵਾਂ ਅੰਗ ਹੋਣੀ ਚਾਹੀਦੀ ਹੈ, ਕਿਉਂਕਿ ਸਾਇੰਸ ਦੀ ਜਿਹੜੀ ਨੌਲੇਜ ਆ ਉਹਦੇ ਨਾਲ ਹੀ ਬੱਚੇ ਨੇ ਜਿਹੜੇ ਉਹ ਆਧੁਨਿਕ ਜ਼ਮਾਨੇ ਦੇ ਵਿੱਚ ਵੱਧ ਸਕਦੇ ਨੇ ਅੱਗੇ। ਨੈਕਸਟ ਹੈਗਾ ਵਰਕ ਐਕਸਪੀਰੀਅੰਸ, ਵਰਕ ਐਕਸਪੀਰੀਅੰਸ ਨੂੰ ਸਿੱਖਿਆ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਹਰੇਕ ਜਿਹੜਾ ਕਲਾਸ ਆ ਉਹਦੇ ਵਿੱਚ ਕੰਮ ਐਜੂਕੇਸ਼ਨ ਦੇ ਨਾਲ ਕੰਮ ਸਿਖਾਉਣ ਦਾ ਵੀ ਹੋਣਾ ਚਾਹੀਦਾ ਹੈ, ਅਤੇ ਸਿੱਖਿਆ ਹੈ ਜਿਹੜੀ ਉਹ ਬੱਚੇ ਨੂੰ ਤਜਰਬਾ ਦੇਣ ਵਾਲੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ ਅਤੇ ਨੈਸ਼ਨਲ ਇਨਕਮ ਵਿੱਚ ਵਾਧਾ ਕਰ ਸਕੇ। ਨੈਕਸਟ ਹੈਗਾ ਵੋਕੇਸ਼ਨਲ ਐਜੂਕੇਸ਼ਨ ਐਟ ਸੈਕੰਡਰੀ ਲੈਵਲ, ਜਿਹੜੀ ਵੋਕੇਸ਼ਨਲ ਐਜੂਕੇਸ਼ਨ ਆ ਸੈਕੰਡਰੀ ਲੈਵਲ ਤੋਂ ਹੀ ਸ਼ੁਰੂ ਕਰ ਦਿੱਤੀ ਜਾਣੀ ਚਾਹੀਦੀ ਆ, ਤਾਂ ਜੋ ਜਿਹੜੇ ਬੱਚੇ ਨੇ ਉਹ ਸਿੱਖਿਆ ਪ੍ਰਣਾਲੀ ਦੇ ਨਾਲ ਜਿਹੜੀਆਂ ਇਕਨੋਮਿਕ ਕੰਡੀਸ਼ਨਸ ਦੇਸ਼ ਦੀਆਂ ਅੰਡਰਸਟੈਂਡ ਕਰਦੇ ਹੋਏ ਉਹਨਾਂ ਦੇ ਵਿੱਚ ਜਿਹੜਾ ਵਿਕਾਸ ਕਰ ਸਕਣ ਆਪਣਾ, ਔਰ ਇਕਨੋਮਿਕਲੀ ਸਾਊਂਡ ਬਣ ਸਕਣ। ਫਿਰ ਹੈਗਾ ਇੰਪਰੂਵਮੈਂਟ ਆਫ ਸਾਇੰਟੀਫਿਕ ਐਂਡ ਟੈਕਨੀਕਲ ਐਜੂਕੇਸ਼ਨ, ਸਾਇੰਟੀਫਿਕ ਅਤੇ ਟੈਕਨੀਕਲ ਐਜੂਕੇਸ਼ਨ ਦੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਅਕੈਡਮਿਕ ਜਿਹੜਾ ਕਰੀਕੁਲਮ ਆ ਉਹਦੇ ਨਾਲ ਸਾਇੰਟੀਫਿਕ ਅਤੇ ਟੈਕਨੀਕਲ ਜਿਹੜੀ ਐਜੂਕੇਸ਼ਨ ਆ ਉਹ ਪ੍ਰੋਵਾਈਡ ਕਰੇ। ਨੈਕਸਟ ਇਹਨਾਂ ਨੇ ਦਿੱਤਾ ਹੈ ਸੋਸ਼ਲ ਐਂਡ ਨੈਸ਼ਨਲ ਇੰਟੀਗ੍ਰੇਸ਼ਨ, ਸੋਸ਼ਲ ਐਂਡ ਨੈਸ਼ਨਲ ਇੰਟੀਗ੍ਰੇਸ਼ਨ ਦੇ ਵਿੱਚ ਕੀ ਕਿਹਾ ਇਹਨਾਂ ਨੇ ਕਿ ਸਿੱਖਿਆ ਜਿਹੜੀ ਉਹ ਰਾਸ਼ਟਰੀ ਅਤੇ ਸਮਾਜਿਕ ਏਕੀਕਰਨ ਵਾਲੀ ਹੋਣੀ ਚਾਹੀਦੀ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕੀਤੀ ਇਹਨਾਂ ਨੇ ਕਾਮਨ ਸਕੂਲ ਸਿਸਟਮ, ਕਾਮਨ ਸਕੂਲ ਸਿਸਟਮ ਸਾਰੇ ਦੇਸ਼ ਵਿੱਚ ਇੱਕ ਸਕੂਲ ਸਿਸਟਮ ਹੋਣਾ ਚਾਹੀਦਾ ਐਜੂਕੇਸ਼ਨ ਦਾ, ਜਿਹਦੇ ਅਧੀਨ ਸਾਰਿਆਂ ਨੂੰ ਸਿੱਖਿਅਤ ਕਰਨਾ ਜ਼ਰੂਰੀ ਹੈ। ਕੋਈ ਟਿਊਸ਼ਨ ਫੀਸ ਨਹੀਂ ਹੋਣੀ ਚਾਹੀਦੀ, ਫ੍ਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਬਿਨਾਂ ਭੇਦਭਾਵ ਤੋਂ ਸਾਰੇ ਬੱਚਿਆਂ ਨੂੰ ਸਕੂਲ ਦੇ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਅੱਗੇ ਇਹਨਾਂ ਨੇ ਕਿਹਾ ਸੋਸ਼ਲ ਐਂਡ ਨੈਸ਼ਨਲ ਸਰਵਿਸ, ਜਿਹੜੀ ਸਿੱਖਿਆ ਹੈ ਉਹ
ਬੱਚੇ ਨੂੰ ਇਸ ਤਰ੍ਹਾਂ ਤਿਆਰ ਕਰੇ ਕਿ ਉਹ ਸਮਾਜ ਦੀ ਅਤੇ ਰਾਸ਼ਟਰ ਦੀ ਸੇਵਾ ਕਰੇ, ਸਮਾਜ ਦੀ ਅਤੇ ਰਾਸ਼ਟਰ ਦੀ ਸੇਵਾ ਕਰਨ ਵਾਲਾ ਨਾਗਰਿਕ ਬਣੇ। ਅੱਗੇ ਹੈਗਾ ਲੈਂਗੁਏਜ ਪੋਲਿਸੀ। ਤਾਂ ਇਸ ਕਮਿਸ਼ਨ ਨੇ ਲੈਂਗੁਏਜ ਬਾਰੇ ਕੀ ਗੱਲ ਕੀਤੀ ਆ ਕਿ ਲੈਂਗੁਏਜ ਪੋਲਿਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ 3 ਲੈਂਗੁਏਜ ਫਾਰਮੂਲਾ ਹੋਵੇ। ਮੀਨਜ਼ ਮਾਤ ਭਾਸ਼ਾ, ਮਦਰ ਟੰਗ, ਰੀਜਨਲ ਲੈਂਗੁਏਜ ਐਂਡ ਨੈਸ਼ਨਲ ਲੈਂਗੁਏਜ। ਨੈਕਸਟ ਹੈਗਾ ਬੁੱਕਸ ਇਨ ਰੀਜਨਲ ਲੈਂਗੁਏਜ। ਜਿਹੜੀਆਂ ਕਿਤਾਬਾਂ ਨੇ ਉਹ ਰੀਜਨਲ ਲੈਂਗੁਏਜ 'ਚ ਹੋਣੀਆਂ ਚਾਹੀਦੀਆਂ ਨੇ, ਖੇਤਰੀ ਭਾਸ਼ਾ 'ਚ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਬੱਚਾ ਆਸਾਨੀ ਨਾਲ ਪੜ੍ਹ ਸਕੇ। ਲੈਂਗੁਏਜ ਫਾਰ ਐਡਮਿਨਿਸਟ੍ਰੇਸ਼ਨ, ਜਿਹੜੀ ਰਾਸ਼ਟਰੀ ਭਾਸ਼ਾ ਹੈ ਉਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈ ਉਹ ਹਿੱਸਾ ਹੋਣੀ ਚਾਹੀਦੀ ਆ। ਪ੍ਰਬੰਧ ਆ ਜਿਹੜਾ ਉਹ ਰਾਸ਼ਟਰੀ ਭਾਸ਼ਾ ਦੇ ਵਿੱਚ ਚਲਾਇਆ ਜਾਣਾ ਚਾਹੀਦਾ ਹੈ। ਲਿੰਕ ਲੈਂਗੁਏਜ, ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇੱਕ ਦੇਸ਼ ਦੀ ਇੱਕ ਲਿੰਕ ਲੈਂਗੁਏਜ ਹੋਣੀ ਚਾਹੀਦੀ ਆ ਜਿਹਦੇ ਰਾਹੀਂ ਸਾਰੇ ਦੇਸ਼ ਦੇ ਨਾਗਰਿਕ ਨੇ ਜਿਹੜੇ ਉਹ ਆਪਸ 'ਚ ਜਿਹੜਾ ਇਹ ਕੋਆਰਡੀਨੇਸ਼ਨ ਸਥਾਪਿਤ ਕਰ ਸਕਣ, ਜਾਂ ਗੌਰਮੈਂਟ ਆਫ ਇੰਡੀਆ ਹੈ ਜਿਹੜੀ ਉਹ ਸਟੇਟ ਗੌਰਮੈਂਟਸ ਨਾਲ ਕੋਆਰਡੀਨੇਸ਼ਨ ਸਥਾਪਿਤ ਕਰ ਸਕੇ। ਅੱਗੇ ਹੈਗਾ ਮੀਡੀਅਮ ਆਫ ਇੰਸਟਰਕਸ਼ਨ। ਤਾਂ ਮੀਡੀਅਮ ਆਫ ਇੰਸਟਰਕਸ਼ਨ ਇਹਨਾਂ ਨੇ ਕਿਹਾ ਕਿ ਐਜੂਕੇਸ਼ਨ ਦਾ ਜਿਹੜਾ ਮੀਡੀਅਮ ਆ ਉਹ ਐਜੂਕੇਸ਼ਨ ਦੇ ਵਿੱਚ ਇੰਸਟਰਕਸ਼ਨ ਦਾ ਮੀਡੀਅਮ ਆ ਜਿਹੜਾ ਉਹ ਮਾਤ ਭਾਸ਼ਾ ਜਾਂ ਰੀਜਨਲ ਲੈਂਗੁਏਜ ਹੋਣੀ ਚਾਹੀਦੀ ਹੈ। ਫਿਰ ਅੱਗੇ ਇਹਨਾਂ ਨੇ ਗੱਲ ਕੀਤੀ ਹੈ ਪ੍ਰਮੋਸ਼ਨ ਆਫ ਨੈਸ਼ਨਲ ਕੌਨਸ਼ੀਅਸਨੈਸ, ਰਾਸ਼ਟਰੀ ਸੁਚੇਤਤਾ ਦੀ ਪ੍ਰਮੋਸ਼ਨ। ਰਾਸ਼ਟਰੀ ਸੁਚੇਤਤਾ ਇਹਦਾ ਕੀ ਭਾਵ ਆ ਕਿ ਕਲਚਰਲ ਹੈਰੀਟੇਜ ਦੀ ਬੱਚਿਆਂ ਨੂੰ ਜਾਣਕਾਰੀ ਹੋਵੇ, ਉਹਨਾਂ ਦੀ ਮਹਾਨ ਵਿਰਸੇ ਦੀ ਜਾਣਕਾਰੀ ਹੋਵੇ, ਉਹਨਾਂ ਨੂੰ ਸਟਰੋਂਗ ਫੇਥ ਇਨ ਫਿਊਚਰ, ਜਿਹੜਾ ਫਿਊਚਰ ਆਉਣ ਵਾਲਾ ਉਸ ਦੇ ਵਿੱਚ ਭਰਪੂਰ ਵਿਸ਼ਵਾਸ ਹੋਵੇ, ਉਹਨਾਂ ਦਾ ਇਸ ਤਰ੍ਹਾਂ ਦੀ ਐਜੂਕੇਸ਼ਨ ਦੇਣੀ ਆ। ਡੈਮੋਕ੍ਰੇਟਿਕ ਵੈਲਿਊਜ਼, ਜਿਹੜੀਆਂ ਦੇਸ਼ ਦੀਆਂ ਲੋਕਤਾਂਤਰਿਕ ਕੀਮਤਾਂ ਨੇ ਉਹਨਾਂ ਦੀ ਪਾਲਣਾ ਕਰਨ ਵਾਲੇ ਬੱਚੇ ਅਤੇ ਉਹਨਾਂ ਨੂੰ ਸਮਝਣ ਵਾਲੇ ਬੱਚੇ ਹੋਣੇ ਚਾਹੀਦੇ ਨੇ। ਫਿਰ ਇਹਨਾਂ ਨੇ ਕਿਹਾ ਇੰਟਰਨੈਸ਼ਨਲ ਅੰਡਰਸਟੈਂਡਿੰਗ, ਜਿਹੜੀ ਨੈਸ਼ਨਲ ਅੰਡਰਸਟੈਂਡਿੰਗ ਤੋਂ ਬਾਅਦ ਇੰਟਰਨੈਸ਼ਨਲ ਅੰਡਰਸਟੈਂਡਿੰਗ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ। ਨੈਕਸਟ ਇਹਨਾਂ ਨੇ ਤੀਜੇ ਨੰਬਰ 'ਤੇ ਗੱਲ ਕੀਤੀ ਆ ਐਜੂਕੇਸ਼ਨ ਫਾਰ ਅਸਲਰੇਟਿੰਗ ਦਾ ਪ੍ਰੋਸੈਸ ਆਫ ਮਾਡਰਨਾਈਜੇਸ਼ਨ। ਜਿਹੜੀ ਸਿੱਖਿਆ ਹੈ ਉਹ ਆਧੁਨਿਕੀਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਾਲੀ ਜਾਂ ਤੇਜ਼ ਕਰਨ ਵਾਲੀ ਹੋਣੀ ਚਾਹੀਦੀ ਆ। ਇਹਦੇ ਵਿੱਚ ਇਹਨਾਂ ਨੇ ਫਸਟ ਪੁਆਇੰਟ ਕਿਹਾ ਹੈ ਅਡੋਪਟਿੰਗ ਨਿਊ ਮੈਥਡਸ ਆਫ ਟੀਚਿੰਗ। ਕਿਵੇਂ ਵਧਾਵਾਂਗੇ ਅਸੀਂ ਆਧੁਨਿਕੀਕਰਨ ਦੀ ਪ੍ਰਕਿਰਿਆ? ਨਵੇਂ ਟੀਚਿੰਗ ਮੈਥਡਸ ਨੂੰ ਅਪਣਾ ਕੇ। ਡਿਵੈਲਪਮੈਂਟ ਆਫ ਐਟੀਟਿਊਡ, ਵੈਲਿਊਜ਼ ਐਂਡ ਸਕਿੱਲਸ, ਅਸੀਂ ਸਕਿੱਲਸ, ਵੈਲਿਊਜ਼ ਅਤੇ ਐਟੀਟਿਊਡ ਦੀ ਡਿਵੈਲਪਮੈਂਟ ਕਰਕੇ ਸਿੱਖਿਆ ਨੂੰ ਅਸੀਂ ਮਾਡਰਨ ਬਣਾ ਸਕਦੇ ਹਾਂ। ਅੱਗੇ ਹੈਗਾ ਐਸਟੈਬਲਿਸ਼ਿੰਗ ਯੂਨੀਵਰਸਿਟੀਜ਼ ਆਫ ਐਕਸਲੈਂਸ। ਤਾਂ ਇਸ ਕੰਮ ਲਈ ਅਸੀਂ ਯੂਨੀਵਰਸਿਟੀਜ਼ ਦੀ ਸਥਾਪਨਾ ਕਰ ਸਕਦੇ ਹਾਂ। ਮੀਨਜ਼ ਹਾਈ ਲੈਵਲ ਦੇ ਉੱਤੇ ਉੱਚ ਪੱਧਰੀ ਸਿੱਖਿਆ ਨੂੰ ਅਸੀਂ ਮਾਡਰਨ ਤਰੀਕੇ ਨਾਲ ਚਲਾਉਣ ਲਈ ਇਸ ਤਰ੍ਹਾਂ ਦੀ ਯੂਨੀਵਰਸਿਟੀ ਨੂੰ ਸਥਾਪਿਤ ਕਰ ਸਕਦੇ ਹਾਂ। ਨੈਕਸਟ ਹੈਗਾ ਪ੍ਰਮੋਟਿੰਗ ਸਕਿੱਲ ਬੇਸਡ ਸਬਜੈਕਟਸ। ਸਕਿੱਲ ਬੇਸਡ ਸਬਜੈਕਟ ਨੇ ਜਿਹੜੇ ਉਹਨਾਂ ਨੂੰ ਪ੍ਰਮੋਟ ਕਰਕੇ ਜਿਨ੍ਹਾਂ ਰਾਹੀਂ ਸਕਿੱਲ ਸਿੱਖ ਸਕਣ ਬੱਚੇ। ਫਿਰ ਹੈਗਾ ਕੀਪਿੰਗ ਪੇਸ ਵਿਦ ਐਕਸਪਲੋਜ਼ਨ ਆਫ ਨੌਲੇਜ, ਕਿਉਂਕਿ ਮਾਡਰਨ ਜ਼ਮਾਨੇ ਦੇ ਵਿੱਚ ਨੌਲੇਜ ਜਿਹੜੀ ਆ ਉਹ ਦਿਨ ਪ੍ਰਤੀ ਦਿਨ ਵੱਧ ਰਹੀ ਆ, ਨੌਲੇਜ ਦਾ ਵਿਸਫੋਟ ਹੋ ਰਿਹਾ ਹੈ। ਤਾਂ ਇਸ ਦੇ ਨਾਲ ਅੱਗੇ ਵਧਣ ਲਈ ਸਾਨੂੰ ਇਸ ਦੇ ਨਾਲ ਜਿਹੜਾ ਇਹ ਕਦਮ ਨਾ ਕਦਮ ਮਿਲਾ ਕੇ ਚੱਲਣਾ ਪਵੇਗਾ। ਇਸ ਤਰ੍ਹਾਂ ਨਾਲ ਕੀ ਆ ਅਸੀਂ ਨਵੇਂ ਜ਼ਮਾਨੇ ਦੇ ਵਿੱਚ ਕਦਮ ਰੱਖ ਸਕਦੇ ਹਾਂ ਜਾਂ ਡਿਵੈਲਪਿੰਗ ਜਿਹੜਾ ਸਟੇਜ ਦੇ ਵਿੱਚ ਆ ਸਕਦੇ ਹਾਂ। ਫਿਰ ਅੱਗੇ ਇਹਨਾਂ ਨੇ ਕਿਹਾ ਹੈ ਐਜੂਕੇਸ਼ਨ ਫਾਰ ਇਨਕਲਕੇਸ਼ਨ ਆਫ ਨੈਸ਼ਨਲ ਵੈਲਿਊਜ਼। ਸਿੱਖਿਆ ਹੈ ਜਿਹੜੀ ਉਹ ਨੈਸ਼ਨਲ ਵੈਲਿਊਜ਼ ਨੂੰ ਨਿਰਮਿਤ ਕਰੇ। ਇਹਦੇ ਵਿੱਚ ਕਿਵੇਂ ਹੋ ਸਕਦਾ ਇਹ ਚੀਜ਼? ਰੋਲ ਆਫ ਗੌਰਮੈਂਟ, ਪਹਿਲਾਂ ਸਭ ਤੋਂ ਗੌਰਮੈਂਟ ਦਾ ਰੋਲ, ਕਿ ਗੌਰਮੈਂਟ ਕੀ ਰੋਲ ਅਦਾ ਕਰਦੀ ਆ ਵੈਲਿਊਜ਼ ਨੂੰ ਇਨਕਲਕੇਟ ਕਰਨ ਲਈ। ਉਸ ਤੋਂ ਬਾਅਦ ਪ੍ਰਾਈਵੇਟ ਇੰਸਟੀਟਿਊਸ਼ਨਸ ਦਾ ਰੋਲ। ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਜਿਹੜੀਆਂ ਉਹ ਨੈਸ਼ਨੈਲਿਟੀ ਦੀ ਸਿੱਖਿਆ ਕਿਵੇਂ ਪ੍ਰੋਵਾਈਡ ਕਰ ਸਕਦੀਆਂ ਨੇ। ਸਪੈਸ਼ਲ ਪੀਰੀਅਡ ਇਨ ਟਾਈਮ ਟੇਬਲ, ਤਾਂ ਇਸ ਤਰ੍ਹਾਂ ਦੀ ਸਿੱਖਿਆ ਲਈ ਟਾਈਮ ਟੇਬਲ ਦੇ ਵਿੱਚ ਸਪੈਸ਼ਲ ਜਿਹੜਾ ਪੀਰੀਅਡ ਆ ਉਹ ਦਿੱਤਾ ਜਾਣਾ ਚਾਹੀਦਾ ਹੈ। ਰੋਲ ਆਫ ਯੂਨੀਵਰਸਿਟੀ ਡਿਪਾਰਟਮੈਂਟਸ, ਯੂਨੀਵਰਸਿਟੀ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦਾ ਵੀ ਇਹਦੇ ਵਿੱਚ ਸਹੀ ਢੰਗ ਦਾ ਰੋਲ ਹੋਣਾ ਚਾਹੀਦਾ ਹੈ ਤਾਂ ਜੋ ਹਾਇਰ ਐਜੂਕੇਸ਼ਨ ਵੀ
ਨੈਸ਼ਨਲ ਵੈਲਿਊਜ਼ ਨਾਲ ਲੈਸ ਹੋ ਸਕੇ। ਹਾਇਰ ਐਜੂਕੇਸ਼ਨ ਵਿੱਚ ਵੀ ਨੈਸ਼ਨਲ ਵੈਲਿਊਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾ ਸਕਣ। ਫਿਰ ਹੈਗਾ ਪ੍ਰਮੋਟਿੰਗ ਸਟੱਡੀ ਆਫ ਡਿਫਰੈਂਟ ਰਿਲੀਜਨਸ, ਜਿਹੜੀ ਅਲੱਗ-ਅਲੱਗ ਧਰਮਾਂ ਦੀ ਸਿੱਖਿਆ ਹੈ ਉਸ ਨੂੰ ਪ੍ਰਮੋਟ ਕਰਨਾ, ਕਿਉਂਕਿ ਸਾਡਾ ਦੇਖੋ ਇੰਡੀਆ ਜਿਹੜਾ ਬਹੁਤ ਧਰਮੀ ਦੇਸ਼ ਆ, ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਨੇ, ਅਲੱਗ-ਅਲੱਗ ਕਲਚਰ ਤੋਂ ਲੋਕ ਨੇ ਜਿਹੜੇ ਉਹ ਰਹਿ ਰਹੇ ਨੇ। ਤਾਂ ਇਹ ਸਾਰਿਆਂ ਲਈ ਸਿੱਖਿਆ ਹੈ ਜਿਹੜੀ ਉਹ ਜ਼ਰੂਰੀ ਆ ਕਿ ਕਿਸ ਤਰ੍ਹਾਂ ਦੀ ਸਿੱਖਿਆ ਹੈ, ਤਾਂ ਨੈਸ਼ਨਲ ਲੈਵਲ ਦੇ ਉੱਤੇ ਸਿੱਖਿਆ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਵੈਲਿਊਜ਼ ਨੇ ਜਿਹੜੀਆਂ ਉਹ ਬੱਚਿਆਂ ਦੇ ਵਿੱਚ ਭਰੀਆਂ ਜਾ ਸਕਣ। ਇਸ ਤਰ੍ਹਾਂ ਨਾਲ ਇਹ ਕਮਿਸ਼ਨ ਹੈ ਜਿਹੜਾ ਉਹ ਅੱਜ ਦੀ ਸਿੱਖਿਆ ਵਿਵਸਥਾ ਲਈ ਬਹੁਤ ਮਹੱਤਵਪੂਰਨ ਆ, ਕਿਉਂਕਿ ਆਜ਼ਾਦੀ ਤੋਂ ਤੁਰੰਤ ਬਾਅਦ ਦਾ ਕਮਿਸ਼ਨ ਆ ਇਹ। ਉਸ ਟਾਈਮ ਦੇ ਉੱਤੇ ਸਿੱਖਿਆ ਜਿਹੜੀ ਸੀਗੀ ਉਹ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਸੀਗੀ ਕਿ ਇੱਕੋ ਇੱਕ ਸਿੱਖਿਆ ਦੇ ਸਹਾਰੇ ਹੀ ਅਸੀਂ ਜਿਹੜਾ ਇਹ ਦੇਸ਼ ਨੂੰ ਅੱਗੇ ਵਧਾ ਸਕਦੇ ਹਾਂ। ਇਸ ਤੋਂ ਬਿਨਾਂ ਜਿਹੜਾ ਤਰੱਕੀ ਨਹੀਂ ਕੀਤੀ ਜਾ ਸਕਦੀ। ਓਕੇ, ਦੈਟਸ ਆਲ।